ਕਦੇ ਸੋਚਿਆ ਹੈ ਕਿ ਕੋਈ ਇੱਕ ਤਾਰੀਖ, ਸਿਰਫ ਇੱਕ ਕੈਲੰਡਰ ਦਾ ਦਿਨ, ਇੱਕ ਪੂਰੇ ਸਾਮਰਾਜ ਦੇ ਡੁੱਬਣ ਤੇ ਇੱਕ ਕੌਮ ਦੇ ਹੌਸਲੇ ਦੀ ਪੂਰੀ ਕਹਾਣੀ ਆਪਣੇ ਅੰਦਰ ਸਮੋਈ ਬੈਠਾ ਹੋਵੇ? ਆਪਾਂ ਗੱਲ ਕਰਾਂਗੇ 5 ਅਪ੍ਰੈਲ ਦੀ, ਇੱਕ ਅਜਿਹਾ ਦਿਨ ਜੋ ਸਿੱਖ ਇਤਿਹਾਸ ਵਿੱਚ ਵਾਰ-ਵਾਰ ਇੱਕ ਬਹੁਤ ਵੱਡਾ ਮੋੜ ਲੈ ਕੇ ਆਇਆ। ਹੁਣ ਦੇਖੋ, ਤਾਰੀਖ ਇੱਕੋ ਹੀ ਹੈ, 5 ਅਪ੍ਰੈਲ। 1840 ਵਿੱਚ ਇੱਕ ਸੰਧੀ ਹੋਈ ਜਿਸ ਨੇ ਸਭ ਕੁਝ ਬਦਲ ਦਿੱਤਾ। ਤੇ ਫਿਰ ਸਦੀਆਂ ਬਾਅਦ ਉਸੇ ਤਾਰੀਖ ਨੂੰ ਸਿਆਸੀ ਸੰਘਰਸ਼ ਵੀ ਹੋਏ ਤੇ ਕੁਝ ਸੱਭਿਆਚਾਰਿਕ ਜਿੱਤਾਂ ਵੀ ਮਿਲੀਆਂ। ਸਵਾਲ ਇਹ ਹੈ ਕਿ ਇਹ ਸਾਰੀਆਂ ਘਟਨਾਵਾਂ ਆਪਸ ਵਿੱਚ ਜੁੜੀਆਂ ਕਿਵੇਂ ਹੋਈਆਂ ਨੇ? ਚਲੋ ਇਸੇ ਸਫ਼ਰ ਤੇ ਤੁਰਦੇ ਹਾਂ। ਤਾਂ ਆਪਣੀ ਕਹਾਣੀ ਦਾ ਸਭ ਤੋਂ ਅਹਿਮ ਮੋੜ ਆਉਂਦਾ ਹੈ 5 ਅਪ੍ਰੈਲ 1846 ਨੂੰ, ਜਦੋਂ ਲਾਹੌਰ ਦੀ ਪੂਰਕ ਸੰਧੀ ਦੇ ਦਸਤਖਤ ਕੀਤੇ ਗਏ। ਇਹ ਸਿਰਫ ਕੋਈ ਕਾਗਜ਼ੀ ਕਾਰਵਾਈ ਨਹੀਂ ਸੀ, ਬਲਕਿ ਇਹ ਇੱਕ ਐਸੀ ਰਣਨੀਤਿਕ ਚਾਲ ਸੀ ਜਿਸ ਨੇ ਸਿੱਖ ਸਾਮਰਾਜ ਦੇ ਭਵਿੱਖ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ। ਅੰਗਰੇਜ਼ਾਂ ਨੇ ਬੜੀ ਚਲਾਕੀ ਵਰਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਲਾਹੌਰ ਵਿੱਚ ਮਹਾਰਾਜਾ ਤੇ ਸ਼ਹਿਰ ਦੀ ਸੁਰੱਖਿਆ ਲਈ ਆਪਣੀ ਫੌਜ ਰੱਖ ਰਹੇ ਹਾਂ, ਪਰ ਅਸਲ ਵਿੱਚ ਇਹ ਸੁਰੱਖਿਆ ਹੌਲੀ-ਹੌਲੀ ਕੰਟਰੋਲ ਵਿੱਚ ਬਦਲ ਗਈ ਤੇ ਇਹੀ ਚਾਲ ਉਨ੍ਹਾਂ ਦੀ ਪੂਰੀ ਰਣਨੀਤੀ ਦਾ ਤੁਸੀਂ ਕਹਿ ਲਓ ਕਿ ਇੱਕ ਬੁਨਿਆਦੀ ਹਿੱਸਾ ਸੀ। ਤਾਂ ਚਲੋ ਇਨ੍ਹਾਂ ਸ਼ਰਤਾਂ ਨੂੰ ਥੋੜਾ ਖੋਲ ਕੇ ਦੇਖਦੇ ਹਾਂ। ਦੇਖੋ, ਇਹ ਕੋਈ ਮਾਮੂਲੀ ਸ਼ਰਤਾਂ ਨਹੀਂ ਸਨ, ਇਹ ਤਾਂ ਇੱਕ ਪੂਰਾ ਜਾਲ ਸੀ। ਪਹਿਲਾਂ ਕੀ ਕੀਤਾ? ਆਪਣੀ ਫੌਜ ਲਾਹੌਰ 'ਚ ਬਿਠਾ ਦਿੱਤੀ। ਫਿਰ ਸ਼ਾਹੀ ਕਿਲੇ ਤੇ ਹੀ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਐਨਾ ਭਾਰੀ ਜੁਰਮਾਨਾ ਲਾ ਦਿੱਤਾ ਕਿ ਦੇਣਾ ਹੀ ਮੁਸ਼ਕਿਲ ਹੋ ਜਾਵੇ। ਫਿਰ ਖਾਲਸਾ ਫੌਜ ਦੀ ਤਾਕਤ ਘਟਾ ਦਿੱਤੀ ਤੇ ਆਖਰ ਵਿੱਚ ਆਪਣਾ ਬੰਦਾ, ਆਪਣਾ ਅਫਸਰ ਦਰਬਾਰ ਵਿੱਚ ਹੀ ਫਿੱਟ ਕਰ ਦਿੱਤਾ। ਮਤਲਬ ਹਰ ਇੱਕ ਕਦਮ ਪੂਰੀ ਸੋਚ ਸਮਝ ਨਾਲ ਸਿੱਖ ਰਾਜ ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਸੀ। 1.5 ਕਰੋੜ ਰੁਪਏ ਉਸ ਜ਼ਮਾਨੇ ਵਿੱਚ ਇਹ ਰਕਮ ਬਹੁਤ ਵੱਡੀ ਸੀ। ਇਹ ਮੰਗ ਅਸਲ ਵਿੱਚ ਲਾਹੌਰ ਦਰਬਾਰ ਤੇ ਇੱਕ ਅਜਿਹਾ ਵਿੱਤੀ ਬੋਝ ਪਾਉਣ ਲਈ ਕੀਤੀ ਗਈ ਸੀ ਜਿਸ ਨੂੰ ਉਹ ਚੁੱਕ ਹੀ ਨਾ ਸਕਣ। ਇਹ ਗੱਲ ਸਿਰਫ ਪੈਸੇ ਦੀ ਨਹੀਂ ਸੀ, ਇਹ ਤਾਂ ਸਿੱਖ ਸਾਮਰਾਜ ਦੀ ਆਰਥਿਕ ਕਮਰ ਤੋੜਨ ਵਾਲੀ ਗੱਲ ਸੀ। ਤਾਂ ਫਿਰ ਹੋਇਆ ਕੀ? ਲਾਹੌਰ ਦਰਬਾਰ ਦੇ ਖਜ਼ਾਨੇ ਵਿੱਚ ਸਨ ਸਿਰਫ 50 ਲੱਖ ਰੁਪਏ। ਹੁਣ ਬਾਕੀ ਦਾ 1 ਕਰੋੜ ਕਿੱਥੋਂ ਆਂਦਾ? ਤਾਂ ਇਸ ਘਾਟ ਨੂੰ ਪੂਰਾ ਕਰਨ ਲਈ ਮਜਬੂਰਨ ਬਿਆਸ ਤੇ ਸਿੰਧ ਦਰਿਆਵਾਂ ਦੇ ਵਿਚਕਾਰਲੇ ਪਹਾੜੀ ਇਲਾਕੇ, ਜਿਸ ਵਿੱਚ ਕੀਮਤੀ ਕਸ਼ਮੀਰ ਤੇ ਹਜ਼ਾਰਾ ਵੀ ਸ਼ਾਮਲ ਸਨ, ਅੰਗਰੇਜ਼ਾਂ ਨੂੰ ਦੇਣੇ ਪਏ। ਯਾਨੀ ਖਾਲੀ ਖਜ਼ਾਨੇ ਦਾ ਸਿੱਧਾ ਨਤੀਜਾ ਨਿਕਲਿਆ ਆਪਣੇ ਵੱਡੇ ਇਲਾਕਿਆਂ ਦਾ ਹੱਥੋਂ ਜਾਣਾ। ਤੇ ਇੱਥੇ ਸਮਝਣ ਵਾਲੀ ਗੱਲ ਇਹ ਹੈ, ਭਾਵੇਂ ਕਾਗਜ਼ਾਂ ਵਿੱਚ ਮਹਾਰਾਜਾ ਦਲੀਪ ਸਿੰਘ ਹੀ ਰਾਜਾ ਸਨ, ਪਰ ਅਸਲ ਤਾਕਤ, ਅਸਲੀ ਪਾਵਰ ਤਾਂ ਬ੍ਰਿਟਿਸ਼ ਰੈਜ਼ੀਡੈਂਟ ਸਰ ਹੈਨਰੀ ਲਾਰੈਂਸ ਦੇ ਹੱਥਾਂ 'ਚ ਸੀ। ਇਸ ਨੂੰ ਕਹਿੰਦੇ ਨੇ ਡੀ ਫੈਕਟੋ ਕੰਟਰੋਲ, ਮਤਲਬ ਅੰਗਰੇਜ਼ ਬਿਨਾਂ ਅਧਿਕਾਰਤ ਤੌਰ ਤੇ ਕਬਜ਼ਾ ਕੀਤੇ ਹੀ ਰਾਜ ਕਰ ਰਹੇ ਸਨ ਤੇ ਸਿੱਖ ਸਾਮਰਾਜ ਇੱਕ ਤਰ੍ਹਾਂ ਨਾਲ ਬ੍ਰਿਟਿਸ਼ ਪ੍ਰੋਟੈਕਟੋਰੇਟ, ਯਾਨੀ ਉਹਨਾਂ ਦੇ ਅਧੀਨ ਇੱਕ ਰਿਆਸਤ ਬਣ ਕੇ ਰਹਿ ਗਿਆ ਸੀ। ਤਾਂ ਫਿਰ ਇਸ ਤੋਂ ਅੱਗੇ ਕੀ ਹੋਇਆ? 1846 ਦੀ ਇਹ ਸੰਧੀ ਤਾਂ ਸਿਰਫ ਸ਼ੁਰੂਆਤ ਸੀ। ਅੰਗਰੇਜ਼ਾਂ ਦੀ ਇਹ ਸੁਰੱਖਿਆ ਅਸਲ ਵਿੱਚ ਪੂਰੇ ਕਬਜ਼ੇ ਦੀ ਤਿਆਰੀ ਸੀ ਤੇ ਉਹ ਦਿਨ ਵੀ ਬਹੁਤ ਜਲਦੀ ਆਉਣ ਵਾਲਾ ਸੀ। ਇਹ ਟਾਈਮਲਾਈਨ ਸਾਰੀ ਕਹਾਣੀ ਸਾਫ਼ ਕਰ ਦਿੰਦੀ ਹੈ। 1846 ਵਿੱਚ ਸੁਰੱਖਿਆ ਸ਼ੁਰੂ ਹੋਈ ਤੇ ਸਿਰਫ 3 ਸਾਲ ਬਾਅਦ 1849 ਵਿੱਚ ਪੰਜਾਬ ਤੇ ਪੂਰਾ ਕਬਜ਼ਾ ਕਰ ਲਿਆ ਗਿਆ। ਇਹ ਸਿੱਧਾ ਮਾਮਲਾ ਸੀ। ਉਸ ਸੰਧੀ ਨੇ ਹੀ ਅੰਤਿਮ ਕਬਜ਼ੇ ਲਈ ਦਰਵਾਜ਼ੇ ਖੋਲ੍ਹੇ ਸਨ। ਤੇ ਫਿਰ ਆਇਆ ਉਹ ਆਖਰੀ ਕਦਮ ਜਿਸ ਨੇ ਸਿੱਖ ਸਾਮਰਾਜ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਸਿਰਫ 11 ਸਾਲਾਂ ਦੇ ਮਹਾਰਾਜਾ ਦਲੀਪ ਸਿੰਘ ਨੂੰ ਕਹਿਣ ਨੂੰ ਤਾਂ ਮਨਾਇਆ ਗਿਆ ਕਿ ਉਹ ਆਪਣਾ ਪੂਰਾ ਰਾਜ ਭਾਗ ਛੱਡ ਦੇਣ, ਤੇ ਬਦਲੇ ਵਿੱਚ ਕੀ ਮਿਲਿਆ? 5 ਲੱਖ ਰੁਪਏ ਸਾਲ ਦੀ ਪੈਨਸ਼ਨ। ਸੋਚੋ, ਇੱਕ ਪੂਰੇ ਸਾਮਰਾਜ ਦਾ ਸੌਦਾ ਸਿਰਫ ਇੱਕ ਪੈਨਸ਼ਨ ਤੇ ਹੋ ਗਿਆ। ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਸਾਮਰਾਜ ਤਾਂ ਖਤਮ ਹੋ ਗਿਆ, ਪਰ ਲੋਕਾਂ ਦਾ ਜਜ਼ਬਾ ਨਹੀਂ। ਆਓ ਹੁਣ ਦੇਖੀਏ ਕਿ 19ਵੀਂ ਸਦੀ ਦੀਆਂ ਇਨ੍ਹਾਂ ਘਟਨਾਵਾਂ ਦੀ ਗੂੰਜ 20ਵੀਂ ਤੇ 21ਵੀਂ ਸਦੀ ਵਿੱਚ ਕਿਵੇਂ ਸੁਣਾਈ ਦਿੰਦੀ ਰਹੀ। ਹੁਣ ਫਿਰ ਤੋਂ ਉਸੇ ਤਰੀਕ ਤੇ ਆਉਣੇ ਆ, 5 ਅਪ੍ਰੈਲ 1982 ਵਿੱਚ। ਇਸੇ ਦਿਨ ਸਿੱਖਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟ ਗਈ, ਜਿਸ ਨਾਲ ਪੰਜਾਬ ਵਿੱਚ ਸਿਆਸੀ ਤਣਾਅ ਹੋਰ ਵੱਧ ਗਿਆ। ਪਰ ਫਿਰ ਦੇਖੋ, 1999 ਵਿੱਚ ਠੀਕ ਉਸੇ ਦਿਨ ਇੱਕ ਉਮੀਦ ਦੀ ਕਿਰਨ ਵੀ ਜਾਗੀ। ਦਹਾਕਿਆਂ ਬਾਅਦ ਵਾਹਗਾ ਸਰਹੱਦ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਗਈ ਤਾਂ ਕਿ ਉਹ ਪਾਕਿਸਤਾਨ ਵਿੱਚ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਇਹ ਦੱਸਦਾ ਹੈ ਕਿ ਸਿਆਸੀ ਉਤਰਾਅ-ਚੜ੍ਹਾਅ ਦੇ ਬਾਵਜੂਦ ਸੱਭਿਆਚਾਰਕ ਤੇ ਧਾਰਮਿਕ ਜੜ੍ਹਾਂ ਕਿੰਨੀਆਂ ਮਜ਼ਬੂਤ ਰਹਿੰਦੀਆਂ ਨੇ। ਤੇ ਇਹ ਸਫ਼ਰ ਸਾਨੂੰ ਅੱਜ ਦੇ ਦੌਰ ਤੱਕ ਲਿਆਉਂਦਾ ਹੈ। 5 ਅਪ੍ਰੈਲ 2017 ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਬਹੁਤ ਹੀ ਅਹਿਮ ਮਤਾ ਪਾਸ ਹੋਇਆ ਜਿਸ ਨੇ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਉਹਨਾਂ ਦੇ ਯੋਗਦਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸਾਹਮਣੇ ਅਧਿਕਾਰਿਕ ਤੌਰ ਤੇ ਮਾਨਤਾ ਦਿੱਤੀ। 19ਵੀਂ ਸਦੀ ਵਿੱਚ ਆਪਣਾ ਰਾਜ ਮੋੜਨ ਤੋਂ ਲੈ ਕੇ 21ਵੀਂ ਸਦੀ ਵਿੱਚ ਦੁਨੀਆ ਭਰ ਵਿੱਚ ਮਾਨਤਾ ਹਾਸਲ ਕਰਨ ਤੱਕ ਇਹ ਸਫ਼ਰ ਆਪਣੇ ਆਪ ਵਿੱਚ ਹੌਸਲੇ ਤੇ ਪਹਿਚਾਣ ਦੀ ਇੱਕ ਮਿਸਾਲ ਹੈ।
ਤਾਂ ਫਿਰ ਇਹ ਸਾਰੀ ਕਹਾਣੀ ਸਾਨੂੰ ਇੱਕ ਵੱਡੇ ਸਵਾਲ ਤੇ ਲਿਆ ਕੇ ਛੱਡਦੀ ਹੈ। ਜਦੋਂ ਵੱਡੇ-ਵੱਡੇ ਸਾਮਰਾਜ ਮਿੱਟੀ ਹੋ ਜਾਂਦੇ ਨੇ, ਤਾਂ ਉਹ ਕਿਹੜੀ ਚੀਜ਼ ਹੈ ਜੋ ਇੱਕ ਪਹਿਚਾਨ ਨੂੰ, ਇੱਕ ਸੱਭਿਆਚਾਰ ਨੂੰ, ਇੱਕ ਵਿਰਾਸਤ ਨੂੰ ਨਾ ਸਿਰਫ ਜਿਉਂਦਾ ਰੱਖਦੀ ਹੈ, ਸਗੋਂ ਉਸ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ? ਸ਼ਾਇਦ ਇਸ ਦਾ ਜਵਾਬ 5 ਅਪ੍ਰੈਲ ਦੀ ਇਸ ਕਹਾਣੀ ਵਿੱਚ ਹੀ ਕਿਤੇ ਲੁਕਿਆ ਹੋਇਆ ਹੈ।